उम्मीद कोई दिख नहीं रही। और जिस एरिया 'ਚ ਹੁਣ ਬੇਟਾ ਹੈ ਸਾਡਾ ਖਾਰਕਿਵ 'ਚ ਹੈ, ਕੱਲ੍ਹ ਰਾਤ ਦੀ ਉੱਥੇ ਇੰਨੀ ਬੰਬਾਰੀ ਔਰ ਇੰਨੀ ਫਾਇਰਿੰਗ ਹੋ ਰਹੀ ਹੈ ਵੀ ਬੱਚੇ ਸਾਡੇ ਬਿਲਕੁਲ ਵੀ ਸੇਫ ਨਹੀਂ ਹੈਗੇ। ਖਾਰਕਿਵ ਦਾ ਏਰੀਆ ਜਿਹੜਾ ਹੈਗਾ ਉਹ ਕਹਿੰਦੇ ਵੀ ਜਿਹੜੀ ਉਹਨਾਂ ਦੀ ਥਲ ਸੈਨਾ ਹੈਗੀ ਹੈ, ਜਿਹੜੀ ਫੌਜ ਉਹ ਕਬਜ਼ਾ ਕਰ ਰਹੀ ਹੈ ਏਰੀਆ ਦੇ ਵਿੱਚ, ਉਹਨਾਂ ਵਿੱਚੋਂ ਇੱਕ ਹੈਗਾ। ਬਿਲਕੁਲ ਜੀ ਨਾਲ ਹੀ ਬੱਚਿਆਂ ਦਾ ਰੈਜ਼ੀਡੈਂਸ਼ੀਅਲ ਏਰੀਆ ਹੈ, ਉੱਥੋਂ ਦੀ ਬਸ 5 ਮਿੰਟ ਦਾ ਹੈਗਾ ਜਿੱਥੇ ਬੱਚਿਆਂ ਨੇ ਸ਼ੈਲਟਰ ਲਿਆ ਹੋਇਆ ਹੈ। ਮੈਟਰੋ ਸਟੇਸ਼ਨ ਉਹਨਾਂ ਦੇ ਵਿੱਚ ਅੰਡਰਗਰਾਊਂਡ ਬੱਚੇ ਬੈਠੇ ਹੋਏ ਆ, ਉੱਥੇ ਹੀ ਆਪਣੇ ਕੰਬਲ ਕੁੰਬਲ ਲੈ ਕੇ। ਇਕੱਲਾ ਮੇਰਾ ਬੇਟਾ ਨਹੀਂ, 250 ਬੱਚਾ ਇੰਡੀਆ ਦਾ ਬੈਠਾ ਹੋਇਆ ਉੱਥੇ। हाँ की हालात ने बेटा? फिलहाल उत्ते अपनी जेड़ा साडा मेट्रो स्टेशन है, हाँ जी, पर जिथे ਆਪਾਂ ਬੈਠੇ ਹੋ ਸੀ ਤਿੰਨ ਨਾਮ ਹੈ। हाँ जी, चौथा अफ्रीका, हाँ आज रशियन सोल्जर आ चुके हैं, फिर फाइट हो रही है। ਠੰਡ ਪੈ ਰਹੀ ਹੈ, ਕਿਵੇਂ ਜਿਹਾ ਮੌਸਮ ਆ? ਮੌਸਮ ਬਹੁਤ ਚਿਲਡ ਹੈ ਕਿਉਂਕਿ ਬਾਹਰ ਵੀ ਕਹਿੰਦਾ ਮੰਮਾ 2 ਦਿਨ ਤੋਂ ਫਿਰ ਸਨੋਫਾਲ ਬਹੁਤ ਹੋ ਗਈ ਹੈ ਅਤੇ ਠੰਡ ਵੀ ਬਹੁਤ ਜ਼ਿਆਦਾ ਹੈ ਉੱਥੇ। ਬੱਚਿਆਂ ਦਾ ਕੋਲ ਉੱਥੇ ਤਾਂ ਹੀਟਰ ਵੀ ਨਹੀਂ ਹੈ, ਬੱਚੇ ਠੰਡ ਵਿੱਚ ਭੁੱਖੇ ਪਿਆਸੇ ਇੱਦਾਂ ਹੀ ਬੈਠੇ ਹੈ। ਕੋਈ ਉੱਧਰੋਂ ਯੂਕਰੇਨ ਜਾਂ ਜਿਹੜੇ ਆਪਣੇ ਇੰਡੀਅਨ ਹੈ ਕੋਈ ਹੈਲਪ ਕਰ ਰਹੇ ਤੁਹਾਡੀ, ਜਾਂ ਇੰਡੀਅਨ ਗੌਰਮੈਂਟ ਵੱਲੋਂ ਤੁਹਾਨੂੰ ਕੋਈ ਆਇਆ ਹੈ ਮੈਸੇਜ? इंडियन गवर्नमेंट का कह रही है कि वेस्ट साइड ਜਿਹੜੀ ਹੈ ਆਪਣਾ ਜਿਵੇਂ ਆਪਾਂ ਵੈਸਟ ਰਸ਼ੀਆ ਚ, ਹਾਂਜੀ, ਵੈਸਟ ਯੂਕਰੇਨ ਚ, ਹਾਂਜੀ, ਉਹਨਾਂ ਨੂੰ ਮਤਲਬ ਆਪਾਂ ਈਸਟਰਨ ਪਾਰਟ ਚ ਈਸਟ ਨੂੰ ਸਭ ਤੋਂ ਐਂਡ ਤੋਂ ਇਵੈਕੂਏਟ ਕਰਕੇ ਵੈਸਟ ਵਾਲਿਆਂ ਨੂੰ ਹਲੇ ਵੀ ਕਰ ਰਹੇ ਨੇ, ਕਿਉਂਕਿ ਵੈਸਟ ਵਾਲੇ ਚ ਤਾਂ ਵੈਸੇ ਹੀ ਇੰਨਾ ਖਤਰਾ ਨਹੀਂ ਹੈ। इंडियन गवर्नमेंट का कह रही है कि वेस्ट साइड ਜਿਹੜੀ ਹੈ ਆਪਣਾ ਜਿਵੇਂ ਆਪਾਂ ਵੈਸਟ ਰਸ਼ੀਆ ਚ, ਹਾਂਜੀ, ਵੈਸਟ ਯੂਕਰੇਨ ਚ, ਹਾਂਜੀ, ਉਹਨਾਂ ਨੂੰ ਮਤਲਬ ਆਪਾਂ ਈਸਟਰਨ ਪਾਰਟ ਚ ਈਸਟ ਨੂੰ ਸਭ ਤੋਂ ਐਂਡ ਤੋਂ ਇਵੈਕੂਏਟ ਕਰਕੇ ਵੈਸਟ ਵਾਲਿਆਂ ਨੂੰ ਹਲੇ ਵੀ ਕਰ ਰਹੇ ਨੇ। ਖਾਣ ਪੀਣ ਵਾਸਤੇ ਕੀ ਹੈਗਾ, ਕੁਝ ਸਰਕਾਰ ਵੱਲੋਂ ਕੁਝ ਦਿੱਤਾ ਜਾ ਰਿਹਾ ਉਹਨਾਂ ਨੂੰ? ਨਹੀਂ ਜੀ, ਨਾ ਇੰਡੀਅਨ ਸਰਕਾਰ ਵੱਲੋਂ, ਨਾ ਉੱਥੇ ਤਾਂ ਵੈਸੇ ਹੀ ਹੁਣ ਲੜਾਈ ਕਰਕੇ ਉਹਨਾਂ ਦਾ ਹੀ ਸਾਰਾ ਕੁਝ ਖਤਮ ਹੈ। ਜੋ ਬੱਚਿਆਂ ਨੇ ਥੋੜ੍ਹਾ ਬਹੁਤਾ ਰਾਸ਼ਨ ਸਟੋਰ ਕੀਤਾ ਹੋਇਆ ਸੀ, ਉਹੀ ਵਿਚਾਰੇ ਅੱਧਾ ਘੰਟਾ ਸਵੇਰੇ ਘਰ ਜਾਂਦੇ ਆ, ਨੇੜੇ ਹੀ ਹੈਗਾ ਉਹਨਾਂ ਦਾ ਫਲੈਟ, ਅਤੇ ਬਸ ਬਣਾ ਕੇ ਲੈ ਆਉਂਦੇ ਆ। ਬਟ ਅੱਜ ਸਵੇਰ ਤੋਂ ਕਹਿੰਦਾ ਮੰਮਾ ਵੀ ਅਸੀਂ ਬਿਲਕੁਲ 1 ਮਿੰਟ ਵੀ ਨਹੀਂ ਬਾਹਰ ਨਿਕਲੇ ਕਿਉਂਕਿ ਇੰਨੀ ਬੰਬਾਰੀ, ਇੰਨੀ ਫਾਇਰਿੰਗ ਹੋ ਰਹੀ ਹੈ, ਸਵੇਰ ਦੇ ਬੱਚੇ ਭੁੱਖੇ ਪਿਆਸੇ। ਜਿਹੜਾ ਆਪਣਾ ਵੈਸਟ ਸਾਈਡ ਹੈ ਨਾ, ਹਾਂਜੀ, ਉਹ ਉਸ ਪਾਸੇ ਤੋਂ ਰਸ਼ੀਆ ਦੀ ਫੋਰਸਿਸ ਨੇ ਨਹੀਂ ਘੇਰਿਆ ਪਿਆ। ਉੱਥੇ 4 ਸ਼ਹਿਰ ਹੈ ਅੱਛਾ, ਆਪਣੇ 4 ਕੰਟਰੀ, ਰੋਮੇਨੀਆ, ਹੰਗਰੀ, ਚੈਕ ਰਿਪਬਲਿਕ ਤੇ ਦੂਜੀ ਹਾਂ ਹਾਂ, ਇੱਕ ਹੋਰ, ਤੇ ਉੱਥੋਂ ਉਹ ਇਵੈਕੂਏਟ ਕਰ ਸਕਦੇ ਨੇ ਵੈਸਟਰਨ ਵਾਲਿਆਂ ਨੂੰ। ਬੱਚੇ ਜੋ ਦੱਸਦੇ ਹੈ ਵੀ ਕੱਲ੍ਹ ਤੱਕ ਤਾਂ ਸਿਰਫ ਉਹ ਕਰ ਰਹੇ ਸੀਗੇ ਜਿਹੜੀ ਗੌਰਮੈਂਟ ਬਿਲਡਿੰਗਸ ਹੈ ਉਹਨਾਂ 'ਤੇ, ਕੱਲ੍ਹ ਤੋਂ ਥੋੜ੍ਹਾ ਜਿਹਾ ਖਾਰਕਿਵ ਦੇ ਵੀ ਰੈਜ਼ੀਡੈਂਸ਼ੀਅਲ ਏਰੀਆ 'ਤੇ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ, ਅਤੇ ਕੀਵ 'ਚ ਤਾਂ ਬੁਰਾ ਹੀ ਹਾਲ ਹੈ। ਰੂਸ ਅਤੇ ਯੂਕਰੇਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ, ਕਿਉਂਕਿ ਰੂਸ ਵੱਲੋਂ ਲਗਾਤਾਰ ਯੂਕਰੇਨ 'ਤੇ ਹਮਲੇ ਕੀਤੇ ਜਾ ਰਹੇ ਨੇ, ਹਵਾਈ ਹਮਲੇ ਕੀਤੇ ਜਾ ਰਹੇ ਨੇ, ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਨੇ, ਅਤੇ ਹਜ਼ਾਰਾਂ ਸਟੂਡੈਂਟਸ ਅਜੇ ਵੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਡਾਕਟਰੀ ਕਰਨ ਦੇ ਲਈ। ਭਾਵੇਂ ਉਹ ਉੱਥੇ ਗਏ ਹੋਏ ਸੀ, ਪਰ ਉਹਨਾਂ ਨੂੰ ਵਾਪਿਸ ਕਿਤੇ ਨਾ ਕਿਤੇ ਆਉਣ ਦੇ ਲਈ ਪ੍ਰੋਬਲਮਸ ਬਹੁਤ ਜ਼ਿਆਦਾ ਆ ਰਹੀਆਂ ਨੇ। ਸਰਕਾਰਾਂ ਵੱਲੋਂ ਕਿਹਾ ਤਾਂ ਜਾ ਰਿਹਾ ਕਿ ਕਦਮ ਉਹਨਾਂ ਵੱਲੋਂ ਚੁੱਕੇ ਜਾ ਰਹੇ ਨੇ, ਪਰ ਉੱਥੋਂ ਦੀ ਆਖਿਰ ਗਰਾਊਂਡ ਰਿਐਲਿਟੀ ਕੀ ਹੈ? ਸਾਡੇ ਨਾਲ ਇੱਕ ਸਟੂਡੈਂਟ ਦੇ ਮਾਤਾ ਜੀ ਹੈਗੇ ਨੇ, ਨੀਨਾ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ, ਪਹਿਲਾਂ ਤਾਂ ਬੱਚੇ ਕਿੰਨਾ ਟਾਈਮ ਹੋ ਗਿਆ ਤੁਹਾਡੇ ਬੇਟੇ ਨੂੰ ਗਏ ਨੂੰ, ਅਤੇ ਹੁਣ ਕੀ ਹਾਲਾਤ ਨੇ ਉੱਥੋਂ ਦੇ? ਹਾਂਜੀ ਸਰ, 2016 'ਚ ਮੇਰਾ ਬੇਟਾ ਗਿਆ ਸੀਗਾ ਖਾਰਕਿਵ ਇੰਟਰਨੈਸ਼ਨਲ ਯੂਨੀਵਰਸਿਟੀ ਯੂਕਰੇਨ ਵਿੱਚ MBBS ਦੀ ਪੜ੍ਹਾਈ ਕਰਨ, ਅਤੇ ਆਹ ਲਾਸਟ ਈਅਰ ਹੈ ਬੱਚੇ ਦਾ 6th ਈਅਰ, ਅਤੇ ਜੂਨ 'ਚ ਖ਼ਤਮ ਹੋ ਜਾਣਾ ਸੀਗੀ ਡਿਗਰੀ ਲੈ ਕੇ ਬੱਚਿਆਂ ਨੇ ਆ ਜਾਣਾ ਸੀ ਘਰ। ਬੇਟੇ ਦਾ ਨਾਮ ਹਿਤੇਸ਼ ਭਾਰਦਵਾਜ ਹੈ,
ਤੇ ਹੋਰ ਵੀ ਉਹਦੇ ਨਾਲ ਕਈ ਸਾਥੀ ਫਸੇ ਹੋਏ ਨੇ। ਉਮੀਦ ਕੋਈ ਦਿਖ ਨਹੀਂ ਰਹੀ। ਔਰ ਜਿਸ ਏਰੀਆ 'ਚ ਹੁਣ ਬੇਟਾ ਸਾਡਾ ਖਾਰਕਿਵ 'ਚ ਹੈ, ਕੱਲ ਰਾਤ ਦੀ ਉੱਥੇ ਇੰਨੀ ਬੰਬਾਰੀ ਔਰ ਇੰਨੀ ਫਾਇਰਿੰਗ ਹੋ ਰਹੀ ਹੈ ਵੀ ਬੱਚੇ ਸਾਡੇ ਬਿਲਕੁਲ ਵੀ ਸੇਫ ਨਹੀਂ ਹੈਗੇ। ਖਾਰਕਿਵ ਦਾ ਏਰੀਆ ਜਿਹੜਾ ਹੈਗਾ ਉਹ ਕਹਿੰਦੇ ਵੀ ਜਿਹੜੀ ਉਹਨਾਂ ਦੀ ਥਲ ਸੈਨਾ ਹੈਗੀ ਹੈ, ਜਿਹੜੀ ਫੌਜ ਉਹ ਕਬਜ਼ਾ ਕਰ ਰਹੀ ਹੈ ਏਰੀਆ ਦੇ ਵਿੱਚ, ਉਹਨਾਂ ਵਿੱਚੋਂ ਇੱਕ ਹੈਗਾ। ਬਿਲਕੁਲ ਜੀ। ਨਾਲ ਹੀ ਬੱਚਿਆਂ ਦਾ ਰੈਜ਼ੀਡੈਂਸ਼ੀਅਲ ਏਰੀਆ, ਉੱਥੋਂ ਦੀ ਬਸ 5 ਮਿੰਟ ਦਾ ਹੈਗਾ ਜਿੱਥੇ ਬੱਚਿਆਂ ਨੇ ਸ਼ੈਲਟਰ ਲਿਆ ਹੋਇਆ ਹੈ। ਮੈਟਰੋ ਸਟੇਸ਼ਨ, ਉਹਨਾਂ ਦੇ ਵਿੱਚ ਅੰਡਰਗਰਾਊਂਡ ਬੱਚੇ ਬੈਠੇ ਹੋਏ ਆ, ਉੱਥੇ ਹੀ ਆਪਣੇ ਕੰਬਲ ਕੁੰਬਲ ਲੈ ਕੇ। ਕੱਲਾ ਮੇਰਾ ਬੇਟਾ ਨਹੀਂ, 250 ਬੱਚਾ ਇੰਡੀਆ ਦਾ ਬੈਠਾ ਹੋਇਆ ਉੱਥੇ। ਠੰਡ ਪੈ ਰਹੀ ਹੈ, ਕਿਵੇਂ ਜਿਹਾ ਮੌਸਮ? ਮੌਸਮ ਬਹੁਤ ਚਿਲਡ ਹੈ, ਕਿਉਂਕਿ ਬਾਹਰ ਵੀ ਕਹਿੰਦਾ ਮੰਮਾ 2 ਦਿਨ ਤੋਂ ਫਿਰ ਸਨੋਫਾਲ ਬਹੁਤ ਹੋ ਗਈ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਹੈ ਉੱਥੇ। ਬੱਚਿਆਂ ਦਾ ਕੋਲ ਉੱਥੇ ਤਾਂ ਹੀਟਰ ਵੀ ਨਹੀਂ ਹੈ, ਬੱਚੇ ਠੰਡ ਵਿੱਚ ਭੁੱਖੇ ਪਿਆਸੇ ਇੱਦਾਂ ਹੀ ਬੈਠੇ ਹੈ। ਖਾਣ ਪੀਣ ਵਾਸਤੇ ਕੀ ਹੈਗਾ? ਕੁਝ ਸਰਕਾਰ ਵੱਲੋਂ ਕੁਝ ਦਿੱਤਾ ਜਾ ਰਿਹਾ ਉਹਨਾਂ ਨੂੰ? ਨਹੀਂ ਜੀ, ਨਾ ਇੰਡੀਅਨ ਸਰਕਾਰ ਵੱਲੋਂ, ਨਾ ਉੱਥੇ ਤਾਂ ਵੈਸੇ ਹੀ ਹੁਣ ਲੜਾਈ ਕਰਕੇ ਉਹਨਾਂ ਦਾ ਹੀ ਸਾਰਾ ਕੁਝ ਖਤਮ ਹੈ। ਜੋ ਬੱਚਿਆਂ ਨੇ ਥੋੜਾ ਬਹੁਤਾ ਰਾਸ਼ਨ ਸਟੋਰ ਕੀਤਾ ਹੋਇਆ ਸੀ, ਉਹੀ ਵਿਚਾਰੇ ਅੱਧਾ ਘੰਟਾ ਸਵੇਰੇ ਘਰ ਜਾਂਦੇ ਆ, ਨੇੜੇ ਹੀ ਹੈਗਾ ਉਹਨਾਂ ਦਾ ਫਲੈਟ, ਤੇ ਬਸ ਬਣਾ ਕੇ ਲੈ ਆਉਂਦੇ ਆ। ਬਟ ਅੱਜ ਸਵੇਰ ਤੋਂ ਕਹਿੰਦਾ ਮੰਮਾ ਵੀ ਅਸੀਂ ਬਿਲਕੁਲ 1 ਮਿੰਟ ਵੀ ਨਹੀਂ ਬਾਹਰ ਨਿਕਲੇ, ਕਿਉਂਕਿ ਇੰਨੀ ਬੰਬਾਰੀ, ਇੰਨੀ ਫਾਇਰਿੰਗ ਹੋ ਰਹੀ ਹੈ। ਸਵੇਰ ਦੇ ਬੱਚੇ ਭੁੱਖੇ ਪਿਆਸੇ ਹੈ। ਜਿਹੜੀਆਂ ਪਿਕਚਰਸ ਇੱਥੋਂ ਤੱਕ ਆ ਰਹੀਆਂ ਨੇ, ਬਿਲਡਿੰਗਾਂ ਦੇ ਉੱਤੇ ਹਮਲੇ ਹੋ ਰਹੇ ਨੇ, ਉਹ ਕਿੰਨਾ ਮਤਲਬ ਉਹ ਠੀਕ ਆ ਕਿ ਮਤਲਬ ਕਈ ਐਵੇਂ ਵੀ ਹੁੰਦਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਲਈ ਅਜਿਹਾ ਕੁਝ ਕਰਦੇ ਨੇ? ਰਿਐਲਿਟੀ ਕੀ ਹੈ? ਹਾਂਜੀ ਸਰ, ਦੇਖੋ ਸਾਡੇ ਕੋਲ ਵੀ ਹੋਰ ਤਾਂ ਕੋਈ ਸਾਧਨ ਨਹੀਂ, ਸਾਡੇ ਕੋਲ ਵੀ ਨਿਊਜ਼ ਚੈਨਲ ਹੈ ਜਾਂ ਬੱਚੇ ਜੋ ਦੱਸਦੇ ਹੈ ਵੀ ਕੱਲ ਤੱਕ ਤਾਂ ਸਿਰਫ ਉਹ ਕਰ ਰਹੇ ਸੀਗੇ ਜਿਹੜੀ ਗਵਰਨਮੈਂਟ ਬਿਲਡਿੰਗਸ ਹੈ ਉਹਨਾਂ ਤੇ। ਕੱਲ ਤੋਂ ਥੋੜਾ ਜਿਹਾ ਖਾਰਕਿਵ ਦੇ ਵੀ ਰੈਜ਼ੀਡੈਂਸ਼ੀਅਲ ਏਰੀਆ ਤੇ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ, ਤੇ ਕੀਵ 'ਚ ਤਾਂ ਬੁਰਾ ਹੀ ਹਾਲ ਹੈ। ਉੱਥੇ ਦੇ ਲੋਕਲ ਰੈਜ਼ੀਡੈਂਟਸ ਆ, ਉਹਨਾਂ ਦਾ ਕਿਵੇਂ ਜਿਹਾ ਬਿਹੇਵੀਅਰ ਹੈ? ਕਿਉਂਕਿ ਇਹ ਵੀ ਸੁਣਨ ਨੂੰ ਮਿਲਿਆ ਕਿ ATMs ਖਾਲੀ ਹੋ ਗਏ ਨੇ, ਲੁੱਟਾਂ ਸ਼ੁਰੂ ਹੋ ਗਈਆਂ ਨੇ, ਕੁਝ ਐਵੇਂ ਜਿਹਾ ਹੈ ਸੱਚਾਈ? ਜਿਸ ਤਰ੍ਹਾਂ ਸਰ ਜਿਸ ਦਿਨ ਉੱਥੇ ਅਟੈਕ ਹੋਇਆ, ਬੱਚੇ ਤਾਂ ਆਪਣੇ ਅਪਾਰਟਮੈਂਟ 'ਚ ਸੋ ਰਹੇ ਸੀ, ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀਗਾ। ਜਦ ਅਸੀਂ ਫੋਨ ਕਰਕੇ ਕਾਲਸ ਕੀਤੀਆਂ, ਬੱਚੇ ਇੱਕਦਮ ਭੱਜੇ ਤੇ ATM 'ਚ ਉਹਨਾਂ ਨੇ ਵੀ ਸਾਨੂੰ ਦਿਖਾਇਆ ਬਹੁਤ ਲੰਬੀਆਂ ਲਾਈਨਾਂ ਹੈ, ਨਾ ਬੱਚੇ ਪੈਸੇ ਕਢਾ ਪਾਏ। 1-2 ਨੇੜੇ ਸੁਪਰਮਾਰਕੀਟ ਖੁੱਲ੍ਹੇ ਸੀ, ਉੱਥੋਂ ਜਿੰਨਾ ਕੁ ਉਹਨਾਂ ਨੂੰ, ਉਹ ਵੀ ਲਿਮਿਟਿਡ ਰਾਸ਼ਨ ਦਿੱਤਾ। ਉਹ ਕਹਿੰਦੇ ਬਸ ਇਸ ਤੋਂ ਵੱਧ ਨਹੀਂ, ਕਿਉਂਕਿ ਮੇ ਬੀ ਕ੍ਰਾਈਸਿਸ ਕਰਕੇ ਉਹਨਾਂ ਨੇ ਲਿਮਿਟ ਕਰ ਦਿੱਤਾ ਸੀਗਾ। ਕਿੰਨੇ ਬੱਚੇ ਨੇ? ਲੜਕੀਆਂ ਵੀ ਹੈ? ਕਿਵੇਂ ਕਿਵੇਂ ਰਹਿ ਕਿਵੇਂ ਰਹੇ ਨੇ? ਹਾਂਜੀ, ਜਿਹੜਾ ਮੇਰਾ ਬੇਟਾ ਹੈ ਉਹਦੇ ਨਾਲ ਇੱਕ ਮੇਰੇ ਬ੍ਰਦਰ ਦਾ ਬੇਟਾ ਹੈ, ਕਜ਼ਨ ਬ੍ਰਦਰ ਹੈ ਮੇਰੇ, ਉਹ ਮੋਹਾਲੀ ਤੋਂ ਨੇ, ਅਕੁਲ, ਉਹਨਾਂ ਨਾਲ ਰਹਿ ਰਿਹਾ। ਤੇ ਇੱਕ ਹੋਰ ਹੈ, 3 ਬੱਚੇ ਇੱਕੋ ਹੀ ਫਲੈਟ 'ਚ ਰਹਿੰਦੇ ਹੈ ਉੱਥੇ, ਰਿਸ਼ਵ। ਉਹਨਾਂ ਦੀ ਜਿਹੜੀ ਉਹਨਾਂ ਦੀ ਆਰਮੀ ਹੈਗੀ, ਫੌਜ ਹੈਗੀ ਹੈ ਯੂਕਰੇਨ ਦੀ, ਉਹ ਕਿਵੇਂ ਰਿਸਪੌਂਡ ਕਰਦੀ ਪਈ ਹੈ? ਕਿਉਂਕਿ ਅਮੂਮਨ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਹੜੀ ਲੋਕਲ ਪੁਲਿਸ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗ ਪੈਂਦੀ ਵੀ ਤੁਸੀਂ ਬਾਹਰ ਨਹੀਂ ਜਾਣਾ, ਤੁਸੀਂ ਆਹ ਨਹੀਂ ਲੈਣਾ। ਉਹ ਕਿਵੇਂ ਰਿਸਪੌਂਡ ਕਰ ਰਹੀ ਹੈ? ਬੱਚੇ ਕਹਿੰਦੇ ਜਿਸ ਤਰ੍ਹਾਂ ਮੰਮਾ ਪਹਿਲੇ ਦਿਨ ਤਾਂ ਅਸੀਂ ਵਾਈਂਡ ਅਪ ਕਰ ਰਹੇ ਸੀ ਆਪਣਾ ਸਮਾਨ, ਜੋ ਵੀ ਥੋੜਾ ਬਹੁਤਾ ਲੈ ਕੇ ਜਾ ਸਕੀ ਉੱਥੇ, ਤੇ ਕਹਿੰਦੇ ਇੱਕਦਮ ਸਾਇਰਨ ਹੋਏ ਤੇ ਸਾਨੂੰ ਜਿਹੜੀ ਰਸ਼ੀਅਨ ਪੁਲਿਸ ਹੈ ਉੱਥੇ ਜਿਹੜੀ ਬਾਹਰ ਘੁੰਮ ਰਹੀ ਸੀ, ਉਹਨਾਂ ਨੇ ਸਾਨੂੰ ਇਹੀ ਕਿਹਾ ਵੀ ਤੁਸੀਂ ਜਿਹੜੇ ਵੀ ਤੁਹਾਡੇ ਨੇੜੇ ਮੈਟਰੋ ਸਟੇਸ਼ਨ ਹੈ ਉੱਥੇ ਸ਼ੈਲਟਰ 'ਚ ਜਾ ਕੇ ਤੁਸੀਂ ਬੈਠ ਜਾਓ। ਤੇ ਵੀ ਸਾਇਰਨ ਉਹਨਾਂ ਦਾ ਉੱਥੇ ਇਹੀ ਹੈ ਵੀ ਜਦ 3 ਸਾਇਰਨ ਵੱਜਦੇ ਹੈ, ਤੁਸੀਂ ਜਿੱਥੇ ਵੀ ਹੋ, ਜਿੱਥੇ ਵੀ ਨਜ਼ਦੀਕ ਤੁਹਾਡੇ ਕੋਈ, ਚਾਹੇ ਸੁਰੰਗ ਹੈ, ਚਾਹੇ ਮੈਟਰੋ ਸਟੇਸ਼ਨ ਹੈ, ਜਿਹੜਾ ਵੀ ਸ਼ੈਲਟਰ ਹੈ, ਉੱਥੇ ਅੰਡਰਗਰਾਊਂਡ ਹੋ ਜਾਓ। ਰਾਤ ਦਾ ਕਿਵੇਂ ਮੈਨੇਜ ਕਰਦੇ ਪਏ ਨੇ? ਸਾਰਾ ਦਿਨ ਰਾਤ ਉੱਥੇ ਹੀ ਕੱਟਦੇ ਨੇ। ਵਾਸ਼ਰੂਮ 'ਚ ਵੀ ਇੰਨੀ ਪ੍ਰੋਬਲਮ ਆ ਰਹੀ ਹੈ, ਬੱਚੇ ਬਹੁਤ ਤੰਗ ਨੇ ਸਾਡੇ। ਤੇ ਕੋਈ ਐਵੇਂ ਜਿਹਾ, ਚਲੋ ਹੁਣ ਤਾਂ ਵਾਰ ਲੱਗ ਗਈ, ਹੁਣ ਆਪਾਂ ਕੀ ਕਹਿ ਸਕਦੇ ਹਾਂ, ਬਟ ਉਸ ਤੋਂ ਪਹਿਲਾਂ ਕਦੀ ਕਿਹਾ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਵਾਪਸ ਆ ਜਾਓ, ਮਾਹੌਲ ਖਰਾਬ ਹੈ ਉੱਥੋਂ ਦਾ? ਜਿਸ ਤਰੀਕੇ ਨਾਲ ਖਬਰਾਂ ਪਹਿਲਾਂ ਹੀ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਪਈਆਂ ਸੀ, ਤੁਹਾਡੀ ਕੋਈ ਗੱਲ ਹੋਈ ਬੱਚਿਆਂ ਨਾਲ? ਹਾਂਜੀ, ਹਫਤਾ ਪਹਿਲੇ, ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖ ਵੀ ਰਹੇ ਸੀ ਕਈ ਬੱਚੇ ਫਲਾਈਟਸ ਤੋਂ ਵਾਪਸ ਆ ਰਹੇ ਨੇ, ਮੈਂ ਆਪਣੇ ਬੇਟੇ ਨੂੰ ਵੀ ਇਹੀ ਕਿਹਾ ਵੀ ਬੇਟਾ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਚੱਲ ਜਾਓ। ਉਹ ਕਹਿੰਦਾ ਮੰਮਾ ਅੱਜ ਵੀ, ਕਿਉਂਕਿ ਮੇਰਾ ਬੇਟਾ ਮੋਨੀਟਰ ਵੀ ਹੈਗਾ ਸੀਗਾ ਆਪਣੇ ਗਰੁੱਪ ਦਾ, ਉਹ ਕਹਿੰਦਾ ਅੱਜ ਸਾਡੀ ਡੀਨ ਨਾਲ ਮੀਟਿੰਗ ਹੋਈ ਹੈ ਸ਼ਾਮੀ, ਤੇ ਉਹਨੇ ਸਾਨੂੰ ਇਹ ਥ੍ਰੈਟ ਕੀਤਾ ਹੈ ਜੇ ਤੁਸੀਂ ਚਲੇ ਗਏ ਤੁਹਾਡਾ ਕੋਈ ਨੰਬਰ ਨਹੀਂ ਲੱਗਣੇ, ਔਰ ਸਾਰਾ ਪ੍ਰੈਕਟੀਕਲ ਹੋ ਰਿਹਾ, ਔਰ ਕ੍ਰੌਕ ਨਹੀਂ ਦੋਗੇ ਤੇ ਡਿਗਰੀ ਨਹੀਂ ਮਿਲੇਗੀ, ਜੇ ਤੁਸੀਂ ਚਲੇ ਵੀ ਜਾਂਦੇ ਹੋ ਆਪਣੇ ਰਿਸਕ ਤੇ ਤੁਹਾਨੂੰ ਡਿਗਰੀ ਨਹੀਂ ਮਿਲੇਗੀ। ਇਸੀ ਡਰ ਕਰਕੇ ਔਰ ਡੀਨ ਦੀ ਝੂਠੇ ਦਿਲਾਸੇ ਕਰਕੇ ਬੱਚੇ ਉੱਥੇ ਟਿਕੇ ਰਹੇ। ਤੁਹਾਨੂੰ ਨਹੀਂ ਲੱਗਦਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਆ ਉੱਥੋਂ ਦੇ, ਜਿਹੜੀ ਡੀਨ ਦੀ ਗੱਲ ਕਰਦੇ ਪਏ ਹੋ? ਬਿਲਕੁਲ ਸਰ, ਪਰ ਹੁਣ ਅਸੀਂ ਕਹੀਏ ਕਿਹਨੂੰ? ਕਿਉਂਕਿ ਹੁਣ ਤਾਂ ਨਾ ਅਸੀਂ ਇੱਧਰੋਂ ਕਾਲ ਵੀ ਕਰਦੇ ਹਾਂ, ਸਾਨੂੰ ਕੋਈ ਯੂਨੀਵਰਸਿਟੀ ਤੋਂ ਰਿਸਪੌਂਡ ਨਹੀਂ ਮਿਲ ਰਿਹਾ, ਕੋਈ ਉਹਨਾਂ ਦੇ ਲੈਕਚਰਰ ਨਹੀਂ ਸਾਡਾ ਫੋਨ ਪਿਕ ਕਰ ਰਹੇ। ਵੀ ਆਰ ਹੈਲਪਲੈਸ। ਕਮਿਊਨੀਕੇਸ਼ਨ ਕਿਵੇਂ ਹੋ ਰਿਹਾ ਤੁਹਾਡਾ?
ਬੱਚੇ ਨਾਲ ਪਹਿਲੇ ਤੇ ਵਾਈਫਾਈ ਨਾਲ ਹੁੰਦਾ ਸੀ, ਜਦੋਂ ਹੀ ਅਟੈਕ ਸ਼ੁਰੂ ਹੋਏ ਕਹਿੰਦੇ ਮੰਮਾ ਵਾਈਫਾਈ ਵੀ ਖਤਮ ਹੋ ਗਿਆ। ਦਵਾ ਦਵ ਉਹਨਾਂ ਨੇ ਭੱਜ ਕੇ ਜੋ ਵੀ ਜਿੰਨਾ ਕੁ ਨੈਟ ਪਿਆ ਉਹਨਾਂ ਨੇ ਕਰਵਾਇਆ, ਬਸ ਉਹਦੇ ਰਾਹੀਂ 2-2 ਘੰਟੇ ਬਾਅਦ ਸਾਨੂੰ ਅਪਡੇਸ਼ਨ ਦੇ ਦਿੰਦੇ ਆ, ਜਾਂ ਆਡੀਓ ਕਾਲ ਹੁੰਦੀ ਹੈ ਜਾਂ ਫਿਰ ਉਹ ਸਾਨੂੰ ਪਿਕਸ ਭੇਜ ਦਿੰਦੇ ਆ ਜਿਸ ਤਰ੍ਹਾਂ ਦੇ ਹਾਲਾਤ 'ਚ ਉਹ ਰਹਿ ਰਹੇ ਹੈ, ਜਾਂ ਫਿਰ ਵੌਇਸ ਮੈਸੇਜ ਛੱਡ ਦਿੰਦੇ। ਕੀ ਹਾਲਾਤ ਕੀ ਉੱਥੋਂ ਦੇ ਹੁਣ, ਕਿਵੇਂ ਉੱਥੋਂ ਦੀ ਕਹਿੰਦੇ ਵੀ ਇੱਕ ਕਦਮ ਤਾਂ ਜ਼ਰੂਰ ਚੱਕਿਆ ਜਾ ਰਿਹਾ ਵੀ ਮਸਲਾ ਸ਼ਾਂਤ ਹੋ ਜਾਊਗਾ, ਉੱਥੋਂ ਦੇ ਹਾਲਾਤ ਕੀ ਹੈ? ਤੁਹਾਨੂੰ ਤਾਂ ਦੱਸਿਆ ਹੋਣਾ ਬੇਟੇ ਨੇ। ਸਰ ਉਹ ਤਾਂ ਇਹੀ ਕਹਿੰਦੇ ਆ ਵੀ ਸਾਡਾ ਪ੍ਰੈਜ਼ੀਡੈਂਟ ਕਹਿ ਰਿਹਾ ਵੀ ਹੁਣ ਮੈਂ ਤਾਂ ਵਾਰ ਕਰਾਂਗਾ, ਵੀ ਡੂ ਐਂਡ ਡਾਈ ਵਾਲਾ ਕੰਮ ਉਹਨੇ ਤਾਂ ਕਹਿਤਾ ਵੀ ਮੈਂ ਨਹੀਂ ਹਥਿਆਰ ਗੇਰਨੇ। ਤੇ ਰਸ਼ੀਆ ਕਹਿੰਦਾ ਵੀ ਤੂੰ ਅੱਜ ਸਰੈਂਡਰ ਕਰ ਦੇ ਤੇ ਮੈਂ ਸਭ ਕੁਝ ਖਤਮ ਕਰ ਦਾਂਗਾ। ਪਰ ਇੱਕ ਪਤਾ ਨਹੀਂ ਹੁਣ ਚਲੋ ਨੇਸ਼ਨ ਦੇ ਹੋ ਕੇ ਕੀ ਸੋਚਦੇ ਆ, ਉਹਦੇ ਕਰਕੇ ਸਾਡੀ ਉਹ ਬਸ ਬੱਚੇ ਕੋਈ ਉਮੀਦ ਨਹੀਂ ਹੈ ਵੀ ਕਿਸ ਤਰ੍ਹਾਂ ਬੱਚੇ ਸਾਡੇ ਤੱਕ ਪਹੁੰਚਣਗੇ। ਫਿਲਹਾਲ ਸਾਡੇ ਨਾਲ ਗੱਲ ਹੋ ਰਹੀ ਹੈ ਨਹੀਂ, ਪਰ ਅੱਜ ਉਹਨਾਂ ਲਾਸਟ ਜਿਹੜਾ ਸਵੇਰੇ ਮੇਰੇ ਨਾਲ ਗੱਲ ਹੋਈ ਸੀ, ਕਹਿੰਦਾ ਮੰਮਾ ਅੱਜ ਇੰਨੀ ਬੰਬਾਰੀ ਹੋ ਰਹੀ ਹੈ, ਪਾਵਰ ਪਲਾਂਟ ਵੀ ਔਰ ਗੈਸ ਪਾਈਪਾਂ ਵੀ ਉਹਨਾਂ ਨੇ ਅੱਜ ਡਿਸਟਰੋਏ ਕਰਤੀਆਂ ਵੀ ਪਤਾ ਨਹੀਂ ਸਾਡੇ ਤੁਹਾਡੇ ਤੱਕ ਹੁਣ ਨੈਟ ਵੀ ਨਾ ਸ਼ਾਮ ਤੱਕ ਖਤਮ ਹੋ ਜਾਣ, ਵੀ ਤੁਹਾਡੇ ਨਾਲ ਗੱਲਬਾਤ ਵੀ ਹੋਏ, ਪੈਨਿਕ ਨਾ ਹੋਣਾ। ਵੀ ਬੱਚੇ ਵੀ ਸਾਨੂੰ ਹੌਸਲਾ ਦੇ ਰਹੇ, ਅਸੀਂ ਬੱਚਿਆਂ ਨੂੰ ਦੇ ਰਹੇ ਹਾਂ। ਤੇ ਹੁਣ ਕੀ ਲੱਗਦਾ ਮੈਡਮ, ਕਿਉਂਕਿ ਹੁਣ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਕੋਈ ਗੱਲਬਾਤ ਚੱਲੀ ਹੈ ਗਵਰਨਮੈਂਟ ਨਾਲ, ਜਾਂ ਕੁਝ ਤੁਸੀਂ ਗਵਰਨਮੈਂਟ ਨੂੰ ਕੁਝ ਕਿਹਾ ਹੋਵੇ ਵੀ ਐਫਰਟ ਕਰੋ ਜਾਂ ਕੁਝ ਕਰੋ? ਸਰ ਜਿਵੇਂ ਕਿ ਮੇਰਾ ਬ੍ਰਦਰ ਦਾ ਬੇਟਾ ਵੀ ਉੱਥੇ ਹੀ ਹੈ, ਉਹਨਾਂ ਨੇ ਹੀ ਮੈਨੂੰ ਰਾਹ ਪਾਇਆ। ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ ਮੇਰੇ ਕੋਲ, ਇਸ ਤਰ੍ਹਾਂ ਹੀ ਤੁਸੀਂ ਵੀ ਹੋਰ ਵੀ ਉਹਨਾਂ ਨੇ 2-3 ਚੈਨਲਸ 'ਤੇ ਆਪਣੀ ਇੰਟਰਵਿਊ ਦਿੱਤੀ ਹੈ ਔਰ ਸਰਕਾਰ ਤੱਕ ਲਗਾਈ ਹੈ। ਔਰ ਜੋ ਜਿਹੜਾ ਇਹਨਾਂ ਨੇ ਪ੍ਰੋਵਾਈਡ ਕੀਤਾ ਪੰਜਾਬ ਗੌਰਮੈਂਟ ਨੇ ਹੁਣ ਫਾਰਮ, ਤੇ ਇੱਕ ਮਿਨਿਸਟਰੀ ਨੇ, ਤੇ ਅਸੀਂ ਉਹ ਫਾਰਮ ਫਿਲ ਕਰਤਾ ਹੈ, ਉਸ 'ਚ ਬੱਚੇ ਦੇ ਸਾਰੇ ਪਰਟੀਕੂਲਰ ਭੇਜਦੇ ਹੈ ਤੇ ਉਹਦੇ ਥਰੂ ਹੀ ਉਹ ਕਹਿੰਦੇ ਅਸੀਂ ਡਾਟਾ ਕਲੈਕਟ ਕਰਾਂਗੇ ਔਰ ਵੀ 1 ਬਾਏ 1 ਵੀ ਹੌਲੀ ਹੌਲੀ ਬੱਚਿਆਂ ਨੂੰ ਬਾਹਰ ਕੱਢਾਂਗੇ। ਪਰ ਜੋ ਉੱਥੋਂ ਦੇ ਹਾਲਾਤ ਹੈ, ਸਾਡੇ ਬੱਚੇ ਤਾਂ ਬੈਠੇ ਵੀ ਖਾਰਕਿਵ ਹੈ, 4000 ਬੱਚਾ ਬੈਠਾ ਹੈ ਤੇ ਬਾਰਡਰ ਇੰਨਾ ਦੂਰ ਹੈ, ਨਾ ਉੱਥੇ ਬੱਚੇ ਕਹਿੰਦੇ ਮੰਮਾ ਕਨਵੈਂਸ ਹੈ, ਨਾ ਕੋਈ ਟਰਾਂਸਪੋਰਟ ਚੱਲ ਰਿਹਾ। ਅਸੀਂ ਪਹੁੰਚੀਏ ਤੇ ਪਹੁੰਚੀਏ ਕਿਸ ਤਰ੍ਹਾਂ ਬਾਰਡਰ ਤੱਕ? ਔਰ ਜਿਹੜੇ ਇੱਥੇ ਦੇ ਸਾਡੇ ਲੈ ਕੇ ਗਏ ਸੀਗੇ ਬੱਚਿਆਂ ਨੂੰ, ਹੈ ਨਾ, ਅਸੀਂ ਅੰਮ੍ਰਿਤਸਰ ਡਾਕਟਰ ਸੰਧੂ ਨੇ, ਉਹਨਾਂ ਦੇ ਥਰੂ ਅਸੀਂ ਬੱਚੇ ਭੇਜੇ ਸੀਗੇ। ਤੇ ਉਹਨਾਂ ਨੇ ਬਸ ਕੱਲ ਇੱਕ ਵੀਡੀਓ ਪਾਇਆ ਹੈਗਾ ਵੀ ਪੈਨਿਕ ਨਾ ਹੋਵੋ, ਅਸੀਂ ਵੀ ਤੁਹਾਡੇ ਕਰਕੇ ਇੱਥੇ ਹੀ ਬੈਠੇ ਹਾਂ, ਵੀ ਜਿੱਥੇ ਉਹ ਹੁਣ ਉੱਥੇ ਸਟੇ ਤੇ ਸੇਫ ਰਹੋ, ਤਾਂ ਕਿ ਵੀ ਕਿਉਂਕਿ ਬਾਹਰ ਇੰਨੀ ਬੰਬਾਰੀ ਹੋ ਰਹੀ ਹੈ, ਜੇ ਉੱਥੇ ਥੋੜਾ ਬਹੁਤਾ ਠੱਲ ਪਏਗਾ ਤਦ ਹੀ ਅਸੀਂ ਤੁਹਾਨੂੰ ਬਾਹਰ ਕੱਢ ਸਕਦੇ ਹਾਂ, ਅਦਰਵਾਈਜ਼ ਕੋਈ ਸਾਡੇ ਕੋਲ ਸਕੋਪ ਨਹੀਂ ਹੈਗਾ। ਬਾਹਰ ਨਿਕਲਣਗੇ ਤੇ ਕੁਝ ਵੀ ਹੋ ਸਕਦਾ ਹੈ। ਖਾਰਕਿਵ ਤੋਂ ਕਿੰਨੀ ਕੁ ਦੂਰ ਆ ਬਾਰਡਰ, ਅਗਰ ਗੱਲ ਕੀਤੀ ਜਾਵੇ? ਇਹ ਕਿਹਾ ਜਾ ਰਿਹਾ ਨਾ ਕਿ ਦੂਸਰੇ ਦੇਸ਼ ਦੇ ਵਿੱਚ ਪੋਲੈਂਡ ਵਗੈਰਾ, ਹੰਗਰੀ ਵਗੈਰਾ ਜਾ ਕੇ ਉੱਥੋਂ ਫਲਾਈਟਾਂ ਜਾਂ ਉੱਥੋਂ ਆਉਣ ਜਾਣ ਦਾ ਰਸਤਾ ਮਿਲ ਸਕਦਾ ਹੈ, ਉੱਥੋਂ ਕਿੰਨੀ ਕੁ ਡਿਸਟੈਂਸ ਹੈਗਾ? ਖਾਰਕਿਵ ਤੋਂ 1300 ਕਿਲੋਮੀਟਰ ਦੂਰ ਹੈ, ਜਿਹਦੇ 'ਚ ਜੇ ਬਾਏ ਆ ਬੱਸ ਵੀ ਜਾਣ ਬੱਚੇ ਕਮ ਸੇ ਕਮ 2 ਦਿਨ ਲੱਗਣਗੇ। ਰਿਸਕ ਤਾਂ ਸੇਮ ਹੀ ਰਹਿਣਾ ਹੈ? ਰਿਸਕ ਬਹੁਤ ਜ਼ਿਆਦਾ ਹੈ। ਹਾਂਜੀ, ਰਸ਼ੀਆ ਦਾ ਬਾਰਡਰ ਨਜ਼ਦੀਕ ਪੈਂਦਾ ਹੈ, ਪਰ ਹਾਲਾਤ ਉੱਥੇ ਵੀ ਇਸ ਤਰ੍ਹਾਂ ਦੇ ਹੈ। ਪਰ ਸਾਡੀ ਸਰਕਾਰ ਨੂੰ ਫਿਰ ਵੀ ਇਹੀ ਗੁਹਾਰ ਹੈ ਵੀ ਜਿਸ ਤਰ੍ਹਾਂ ਕਿਸ ਤਰ੍ਹਾਂ ਬਜਾਏ ਕਿ ਉਧਰੋਂ ਦੀ ਤੁਸੀਂ ਰਸ਼ੀਆ ਦਾ ਬਾਰਡਰ ਵੱਲੋਂ ਸਾਡੇ ਬੱਚੇ ਬਾਹਰ ਛੇਤੀ ਕੱਢੋ ਬਾਏ ਬੱਸ। ਰਸ਼ੀਆ ਤਾਂ ਸੁਣ ਨਹੀਂ ਰਿਹਾ ਭਾਰਤ ਦੀ, ਬੱਚੇ ਕਿਵੇਂ ਉਹਨਾਂ ਦੀ ਕਿਵੇਂ ਸੁਣ ਲੂਗਾ? ਵਾਰ ਰੋਕਣ ਵਾਸਤੇ ਵੀ ਕਹੀ ਜਾਂਦੇ, ਭਾਰਤ ਨੇ ਗੱਲ ਵੀ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਸਰਕਾਰ ਤੋਂ ਕਿੰਨੀ ਉਮੀਦ ਆ ਤੁਹਾਨੂੰ? ਸਰ ਹੁਣ ਤਾਂ ਦੇਖੋ ਦੋ ਹੀ ਹੈ, ਇੱਕ ਪਰਮਾਤਮਾ ਦਾ ਆਸਰਾ ਹੈ ਤੇ ਇੱਕ ਸਰਕਾਰ ਦਾ ਹੈ। ਅਸੀਂ ਤਾਂ ਹੁਣ ਆਪਣੀ ਗੁਹਾਰ ਹੀ ਲਾ ਸਕਦੇ ਹਾਂ। ਇੱਥੇ ਵੀ ਕੱਲ ਅਸੀਂ ਸਾਰੇ ਰੈਜ਼ੀਡੈਂਟਸ ਇਕੱਠੇ ਹੋ ਕੇ ਕਿਰਨ ਖੇਰ ਕੋਲ ਵੀ ਗਏ ਹਾਂ ਤੇ ਉਹਨਾਂ ਨੇ ਵੀ ਇਹੀ ਕਿਹਾ ਤੁਸੀਂ ਅੱਜ ਗਵਰਨਰ ਹਾਊਸ ਜਾਓ, ਉੱਥੇ ਮਿਲੋ। ਵੀ ਇਸ ਤਰ੍ਹਾਂ ਅੱਗੇ ਤੋਂ ਅੱਗੇ ਭੇਜਣ ਨਾਲੋਂ ਤਾਂ ਅਸੀਂ ਡਾਇਰੈਕਟ ਮੋਦੀ ਜੀ ਨੂੰ ਜਾਂ ਆਪਣੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸਾਡੇ ਬੱਚੇ ਸਹੀ ਸਲਾਮਤ ਸੁਰੱਖਿਅਤ ਸਾਡੇ ਤੱਕ ਪਹੁੰਚਾਓ। ਕਦੀ ਜਦੋਂ ਤੁਹਾਡੀ ਗੱਲ ਨਹੀਂ ਹੁੰਦੀ, ਕਦੀ ਮਤਲਬ ਇਹ ਕਹਿਣਾ ਨਹੀਂ ਚਾਹੀਦਾ ਪਰ ਡਰ ਤਾਂ ਲੱਗੇ ਹੀ ਰਹਿੰਦਾ ਵੀ ਪਤਾ ਨਹੀਂ ਕੀ ਚੱਲਦਾ ਪਿਆ ਕੀ ਨਹੀਂ ਚੱਲਦਾ ਪਿਆ? ਸਰ ਬਸ ਤੁਸੀਂ ਸਮਝ ਹੀ ਸਕਦੇ ਹੋ, ਇੱਕ ਮਾਂ ਹੈ, ਨਹੀਂ ਬਰਦਾਸ਼ਤ ਹੁੰਦਾ, ਵੇਟ ਕਰਦੇ ਰਹਿੰਦੇ ਹਾਂ, ਬਾਰ-ਬਾਰ ਫੋਨ ਦੇਖਦੇ ਰਹਿੰਦੇ ਹਾਂ। ਤੇ ਹੁਣ ਫਾਈਨਲੀ ਫਾਦਰ ਸਾਹਿਬ ਕੀ ਕਰਦੇ ਆ ਉਹਨਾਂ ਦੇ? ਮੇਰੇ ਹਸਬੈਂਡ ਪਿਛਲੇ 10 ਸਾਲਾਂ ਤੋਂ ਦੁਬਈ ਨੇ, ਕਿਉਂਕਿ ਸਾਰਾ ਖਰਚਾ ਅਸੀਂ ਆਪ ਚੱਕਣਾ ਹੈ। ਮੈਂ ਵੀ ਗਵਰਨਮੈਂਟ ਟੀਚਰ ਹਾਂ ਤੇ ਬੱਚੇ ਦੇ ਉੱਥੇ ਫੀਸਿਸ ਵੀ ਨੇ ਔਰ ਸਾਰਾ ਖਰਚਾ ਵੀ ਅਸੀਂ ਹੈ, ਇਸ ਕਰਕੇ ਉਹ ਵੀ ਬੇਟੇ ਕਰਕੇ ਉੱਥੇ ਸਰਵਾਈਵ ਕਰ ਰਹੀ ਹੈ। ਸਗੋਂ ਤਾਂ ਖੁਸ਼ ਸੀਗੇ ਵੀ ਇਸ ਸਾਲ ਇੰਨੇ ਆ ਜਾਣਾ ਹੈ ਤੇ ਮੈਂ ਵੀ ਸਾਰਾ ਵਾਈਂਡ ਅਪ ਕਰਕੇ ਇੱਥੇ ਆ ਜਾਣਾ ਹੈ। ਪਰ ਹੁਣ ਸਿਚੁਏਸ਼ਨ ਐਸੀ ਹੋ ਗਈ, ਜਦ ਤੱਕ ਬੱਚਾ ਨਹੀਂ ਸਾਡੇ ਕੋਲ ਪਹੁੰਚਦਾ ਜਾਨ ਫਸੀ ਹੋਈ ਹੈ, ਸਾਡੇ ਵੀ ਬੱਚਿਆਂ ਦੀ ਵੀ। ਕਿੰਨੇ ਬੱਚੇ ਤੁਹਾਡੇ? ਇੱਕੋ ਹੀ ਮੇਰਾ ਸਨ ਹੈ। ਤੇ ਮੈਮ ਇਹ ਕਿਵੇਂ, ਮਤਲਬ ਹੁਣ ਤੁਹਾਨੂੰ
ਲੱਗਦਾ ਸੀ ਕਦੀ ਇਹੋ ਜਿਹੀ ਸਿਚੁਏਸ਼ਨ, ਹੱਸਦੇ ਖੇਲਦੇ ਮੁੰਡਾ MBBS ਕਰਕੇ ਇੱਥੋਂ ਕੰਮ ਮਤਲਬ ਆਉਂਦਾ, ਉਹ ਹੁਣ ਸਿਚੁਏਸ਼ਨ ਐਵੇਂ ਹੀ ਆ ਗਈ ਕਿ ਹੁਣ ਰੋਣਾ ਪੈ ਰਿਹਾ? ਸਰ ਦੇਖੋ, ਮਾਪਿਓ ਤਾਂ ਹਮੇਸ਼ਾ ਬੱਚਿਆਂ ਦੇ ਚੰਗੇ ਲਈ ਚਾਹੁੰਦੇ ਨੇ। ਇੱਥੇ ਵੀ ਇੱਕ ਤਾਂ ਰਿਜ਼ਰਵੇਸ਼ਨ ਬਹੁਤ ਹੈ ਇੰਡੀਆ 'ਚ, ਬੱਚਿਆਂ ਨੇ ਬਹੁਤ ਪੇਪਰ ਦਿੱਤੇ, ਇੱਥੇ ਕਿੱਥੇ ਨਹੀਂ ਜਦ ਗੱਲ ਬਣੀ, ਜਦ ਕਿ ਉਹਦੇ 90 ਤੋਂ ਅਬਵ ਸੀਗੇ ਮਾਰਕਸ। ਫਿਰ ਇੱਥੇ ਇੱਕ ਜੇ ਸੀਟ ਵੀ ਮਿਲੀ ਬੈਂਗਲੌਰ ਤੋਂ ਵੀ ਅੱਗੇ। ਫਿਰ ਮੇਰੇ ਬ੍ਰਦਰ ਜਿਹੜੇ ਅਕੁਲ ਮਹਿਤਾ ਦੇ ਫਾਦਰ ਨੇ, ਉਹ ਵੀ ਟਰਾਈ ਕਰ ਰਹੇ ਸੀਗੇ। ਉਹ ਕਹਿੰਦੇ ਵੀ ਸਰ ਅੰਮ੍ਰਿਤਸਰ ਤੋਂ ਇੱਕ ਬੱਚੇ ਮਤਲਬ ਕਿ ਸਰ ਹੈਗੇ ਨੇ ਡਾਕਟਰ ਸੰਧੂ, ਉਹ ਖਾਰਕਿਵ ਔਰ ਬਹੁਤ ਫੇਮਸ ਹੈ। ਫਿਰ ਅਸੀਂ ਸਾਰਾ ਉਹਦੇ 'ਚ ਨੈੱਟ 'ਤੇ ਰੀਡ ਕੀਤਾ, ਵੀ ਗੂਗਲ 'ਤੇ ਸਰਚ ਕੀਤੀ, ਵਾਕਈ ਵਧੀਆ ਉਹਦਾ ਸੀਗਾ। ਅਤੇ ਇੰਨੀ ਬੱਚੇ ਨੂੰ ਜਦ ਅੱਛੀ ਓਪਰਚੁਨਿਟੀ ਮਿਲੇ, ਅਤੇ ਬੱਚੇ ਦਾ ਡਰੀਮ ਸੀ ਵੀ ਮੈਂ ਡਾਕਟਰ ਬਣਨਾ। ਅਸੀਂ ਕਿਹਾ ਚਲੋ ਜੇ ਇੰਡੀਆ ਨਹੀਂ ਤਾਂ ਉੱਥੇ ਬਣ ਜਾਏਗਾ, ਪਰ ਨਹੀਂ ਪਤਾ ਸੀਗਾ ਵੀ ਲਾਸਟ ਮੂਮੈਂਟ 'ਤੇ ਇਸ ਤਰ੍ਹਾਂ ਕੁਝ ਹੋ ਜਾਏਗਾ। ਸਿਰਫ ਜਸਟ 3 ਮੰਥ ਰਹਿ ਗਏ ਅਤੇ ਇੰਨਾ ਮੰਜ਼ਰ ਬੱਚਿਆਂ ਨੂੰ ਦੇਖਣਾ ਪੈ ਰਿਹਾ। ਅਸੀਂ ਤਾਂ ਫਿਰ ਇੱਥੇ ਬੈਠੇ ਹਾਂ, ਜਿਹੜੇ ਫੇਸ ਕਰ ਰਹੇ ਹੈ ਉੱਥੇ ਬੱਚੇ ਸਾਨੂੰ ਤਾਂ ਸੱਚ ਦੱਸਦੇ ਵੀ ਨਹੀਂ, ਪਤਾ ਨਹੀਂ ਕੀ ਉਹਨਾਂ 'ਤੇ ਬੀਤ ਰਹੀਆਂ ਹੈ, ਪਤਾ ਨਹੀਂ ਭੁੱਖੇ ਸੋ ਰਹੇ ਹੈ, ਨਹੀਂ ਕੁਝ ਕਹਿ ਸਕਦੇ। ਬਸ ਸਾਡੀ ਤਾਂ ਸਰਕਾਰ ਅੱਗੇ ਹੀ ਹੱਥ ਜੋੜ ਕੇ ਬੇਨਤੀ ਹੈ, ਜਲਦ ਤੋਂ ਜਲਦ ਬੱਚੇ ਸਾਡੇ ਸੇਫਲੀ ਕੱਢ ਕੇ ਸਾਡੇ ਤੱਕ ਪਹੁੰਚਾਏ ਜਾਣ। ਤੁਸੀਂ ਜਿਵੇਂ ਕਿ ਦੱਸਿਆ ਕਿ ਫਾਦਰ ਸਾਹਿਬ ਵੀ ਤਿਆਰ ਹੋ ਗਏ ਸੀ ਵੀ ਮੈਂ ਜਾ ਕੇ ਲੈ ਆਉਣਾ ਬੇਟੇ ਨੂੰ। ਹਾਂਜੀ, ਅੱਜ ਸਵੇਰੇ ਹੀ ਉਹਨਾਂ ਨਾਲ ਮੇਰੀ ਗੱਲ ਹੋਈ। ਉਹ ਕਹਿੰਦੇ ਜੇ ਬੱਚੇ ਨਹੀਂ ਕਰ ਰਹੇ, ਮੈਂ ਕਿਹਾ ਇੱਕ ਤਾਂ ਪਹਿਲੇ ਹੀ ਫਸਿਆ, ਨਾਲੇ ਨਾ ਕੋਈ ਉੱਥੇ ਟ੍ਰੇਨ ਜਾ ਰਹੀ ਹੈ, ਨਾ ਕੋਈ ਪਲੇਨ ਜਾ ਰਿਹਾ, ਤੁਸੀਂ ਕਿੱਥੇ ਜਾਓਗੇ? ਉਹ ਕਹਿੰਦੇ ਮੈਂ ਪੋਲੈਂਡ ਦੇ ਬਾਰਡਰ 'ਤੇ ਬਹਿ ਜਾਂਦਾ। ਮੈਂ ਕਹਿੰਦਾ ਬੱਚਾ ਜਦ ਪਹੁੰਚੇਗਾ ਉੱਥੇ ਤੱਦੀ ਹੈ ਵੀ, ਇੱਕ ਤਾਂ ਪਹਿਲੇ ਹੀ ਜਾਨ ਫਸਾਈ ਬੈਠਾ, ਤੁਸੀਂ ਵੀ ਉੱਥੇ ਚਲੇ ਜਾਓਗੇ। ਪਰ ਜਿਸ ਤਰ੍ਹਾਂ ਮੈਂ ਇੱਥੇ ਤੜਫ ਰਹੀ ਹਾਂ, ਉਹ ਵੀ ਇੱਕ ਫਾਦਰ ਨੇ, ਔਰ ਸਾਡਾ ਇਕੱਲਾ ਸਾਨੂੰ ਹੁਣ ਕਰਕੇ ਟਿਕਾ ਨਹੀਂ ਆ ਰਿਹਾ। ਹੁਣ ਤੁਸੀਂ ਗਵਰਨਮੈਂਟ ਆਫ ਇੰਡੀਆ ਨੂੰ ਕੀ ਅਪੀਲ ਕਰਨਾ ਚਾਹੋਗੇ? ਇੱਕ ਵਾਰੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਰ ਦਿਓ। ਹਾਂਜੀ, ਮੇਰੀ ਜੀ ਮੋਦੀ ਜੀ ਦੇ ਅੱਗੇ ਹੀ ਹੱਥ ਜੋੜ ਕੇ ਬੇਨਤੀ ਹੈ, ਜਿੰਨੇ ਵੀ ਬੱਚੇ ਉੱਥੇ ਫਸੇ ਹੋਏ ਹੈ, ਜਲਦ ਤੋਂ ਜਲਦ ਉਹਨਾਂ ਨੂੰ ਸੇਫਲੀ ਭਾਰਤ ਲਿਆਇਆ ਜਾਏ, ਚਾਹੇ ਬਾਏ ਬੱਸ ਅਤੇ ਚਾਹੇ ਉਹ, ਪਰ ਨਜ਼ਦੀਕ ਤੋਂ ਨਜ਼ਦੀਕ ਬੱਚਿਆਂ ਨੂੰ। ਕਿਉਂਕਿ ਸੁਣਨ 'ਚ ਇਹ ਵੀ ਆ ਰਿਹਾ ਵੀ ਬੱਚੇ ਜਿਹੜੇ ਆਪ ਵੀ ਐਫਰਟਸ ਕਰ ਰਹੇ, ਉਹਨਾਂ ਨੂੰ ਕੋਈ ਨਹੀਂ ਰੋਮਾਨੀਆ ਹੰਗਰੀ ਹੈਲਪ ਦੇ ਰਿਹਾ। ਅਤੇ ਪਹਿਲੇ ਉਹ ਯੂਕਰੇਨੀਆਂ ਨੂੰ ਹੀ ਹੈਲਪ ਕਰ ਰਹੇ ਨੇ, ਅਤੇ ਉਹਨਾਂ ਨੂੰ ਬੱਸਿਸ ਦੁਆਰਾ ਅੱਗੇ ਏਅਰਪੋਰਟ 'ਤੇ ਪਹੁੰਚਾ ਰਹੇ। ਪਰ ਸਾਡੇ ਕੋਲ ਹੋਰ ਕੋਈ ਜ਼ਰੀਆ ਨਹੀਂ। ਹੁਣ ਤਾਂ ਅਸੀਂ ਇੰਡੀਅਨ ਗੌਰਮੈਂਟ ਨੂੰ ਹੀ ਕਹਿ ਸਕਦੇ ਹਾਂ, ਮੋਦੀ ਜੀ ਨੂੰ ਹੀ, ਵੀ ਸਾਡੇ ਬੱਚਿਆਂ ਨੂੰ ਜਲਦ ਤੋਂ ਜਲਦ ਜਿਹੜਾ ਵੀ ਮਾਰਗ ਹੈ, ਚਾਹੇ ਉੱਥੇ ਬੱਸਾਂ ਰਾਹੀਂ, ਚਾਹੇ ਤੁਸੀਂ ਪ੍ਰਾਈਵੇਟ ਕੁਝ ਵੀ ਪ੍ਰੋਵਾਈਡ ਕਰਕੇ, ਅੱਗੇ ਸਾਡੇ ਬੱਚੇ ਸਾਡੇ ਤੱਕ ਵਾਪਿਸ ਸੇਫਲੀ ਪਹੁੰਚਾ। ਇਹ ਮੈਮ ਡਿਸਾਈਡ ਕੌਣ ਕਰਦਾ ਵੀ ਪਹਿਲਾਂ ਕਿਹੜਾ ਬੱਚਾ ਜਾਊਗਾ, ਬਾਅਦ ਚੋਂ ਕਿਹੜਾ ਬੱਚਾ ਜਾਊਗਾ? ਏਰੀਆ ਦੇ ਹਿਸਾਬ ਨਾਲ ਕਿਵੇਂ ਡਿਸਾਈਡਿੰਗ ਹੁੰਦੀ ਹੈ? ਸਰ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ, ਕਿਉਂਕਿ ਅਸੀਂ ਵੀ ਜੋ ਸਾਨੂੰ ਮੀਡੀਆ ਤੋਂ ਪਤਾ ਲੱਗ ਰਿਹਾ ਜਾਂ TV ਰਾਹੀਂ ਪਤਾ ਲੱਗ ਰਿਹਾ, ਸਾਨੂੰ ਤਾਂ ਕੱਲ੍ਹ ਜ਼ਰੂਰ ਪੰਜਾਬ ਗੌਰਮੈਂਟ ਨੇ ਅਤੇ ਇੱਕ ਸੈਂਟਰ ਗੌਰਮੈਂਟ ਨੇ ਫਾਰਮ ਭੇਜੇ ਹੈ ਵਾਇਆ WhatsApp, ਵੀ ਤੁਸੀਂ ਇਹਨੂੰ ਜੁਆਇਨ ਕਰੋ ਅਤੇ ਇਸ ਵਿੱਚ ਆਪਣੇ ਬੱਚਿਆਂ ਦੀ ਸਾਰੀ ਤੁਸੀਂ ਉਹ ਭਰੋ ਡਾਟਾ, ਵੀ ਕਿਹੜੀ ਈਅਰ 'ਚ ਗਿਆ, ਕਿਹੜੀ ਕੰਟਰੀ ਹੈ, ਕੀ ਨਾਮ ਹੈ, ਸਾਰਾ ਕੁਝ। ਦੇ ਨਾਲ ਹੀ ਬੱਚਿਆਂ ਦੇ ਪਾਸਪੋਰਟ ਅਸੀਂ ਅਟੈਚ ਕੀਤੇ ਨੇ। ਹੁਣ ਦੇਖੋ ਸਰਕਾਰ ਜਲਦ ਤੋਂ ਜਲਦ ਕਿਸ ਤਰ੍ਹਾਂ, ਕਿਉਂਕਿ ਹੁਣ ਜਿਸ ਤਰ੍ਹਾਂ ਜੋ ਸਾਨੂੰ ਬੱਚੇ ਦੱਸ ਰਹੇ ਹੈ, ਕਹਿੰਦੇ ਮੰਮਾ ਵੀ ਜਿਹੜੇ ਪੱਛਮ ਵਾਲੇ ਹੈ, ਜਿਸ ਤਰ੍ਹਾਂ ਓਡੇਸਾ ਏਰੀਆ ਹੈ ਜਾਂ ਹੋਰ ਵੀ 2-3 ਨਾਮ ਹੈ, ਮੈਨੂੰ ਨਹੀਂ ਦਿਮਾਗ ਵਿੱਚ, ਅਤੇ ਉਹ ਕਹਿੰਦਾ ਉੱਧਰ ਦੇ ਏਰੀਆ ਦੇ ਬੱਚਿਆਂ ਨੂੰ ਜਲਦੀ, ਕਿਉਂਕਿ ਉੱਧਰ ਹਜੇ ਬੰਬਾਰੀ ਔਰ ਫਾਇਰਿੰਗ ਇੰਨੀ ਨਹੀਂ ਹੋ ਰਹੀ। ਜਿੰਨੇ ਬੱਚੇ ਉੱਧਰ ਸੇਫਲੀ, ਕਿਉਂਕਿ ਅਲੱਗ-ਅਲੱਗ ਉੱਧਰ ਵੀ ਬੈਠੇ ਸਟੂਡੈਂਟ, ਕੋਈ ਸਕੂਲਾਂ 'ਚ ਬਿਠਾਏ ਹੋਏ ਹੈ, ਕੋਈ ਸੁਰੰਗਾਂ 'ਚ, ਕੋਈ ਹੋਸਟਲ 'ਚ। ਅਤੇ ਇਸ ਬਾਰੇ ਤਾਂ ਬਸ ਮੈਂ ਇੰਨਾ ਹੀ ਦੱਸ ਸਕਦੀ ਹਾਂ ਵੀ ਇਹ ਤਾਂ ਸਰਕਾਰ ਹੀ, ਹੁਣ ਸਾਨੂੰ ਵੀ ਨਹੀਂ ਪਤਾ, ਕਿਉਂਕਿ ਉੱਥੇ ਦੀ ਤਾਂ ਗੌਰਮੈਂਟ, ਹੁਣ ਉਹਨਾਂ ਨੂੰ ਤਾਂ ਆਪਣੇ ਲਾਲੇ ਪਏ ਆ, ਅਤੇ ਸਾਡੇ ਬੱਚਿਆਂ ਬਾਰੇ ਕੀ ਸੋਚੇਗੀ। ਫਿਰ ਹੁਣ ਲੱਗਦਾ ਕਿ ਜਲਦੀ ਬੱਚੇ, ਕਿਉਂਕਿ ਹਾਲਾਤ ਐਵੇਂ ਜਿਹੇ ਹੋ ਗਏ ਨੇ ਹੁਣ ਉੱਥੇ, ਜਾਂ ਤਾਂ ਪਲੇਨ ਨਹੀਂ ਜਾ ਰਹੇ, ਰਨਵੇ ਉਡਾ ਦਿੱਤੇ ਗਏ ਨੇ, ਜਾਂ ਪ੍ਰਾਈਵੇਟ ਜਿਹੜੇ ਹੋਰ ਕੰਟਰੀਜ਼ ਦੇ ਪਲੇਨ ਨੇ। ਹੁਣ ਕਿੰਨੀ ਕੁ ਉਮੀਦਾਂ ਨੇ ਤੁਹਾਨੂੰ ਗਵਰਨਮੈਂਟ ਤੋਂ? ਸਾਨੂੰ ਤਾਂ ਜੀ ਸਾਰੀ ਉਮੀਦਾਂ ਹੀ ਸਰਕਾਰ ਤੋਂ ਹੈ ਜਾਂ ਉਸ ਪਰਮਾਤਮਾ 'ਤੇ ਹੈ, ਵੀ ਜੇ ਤੂੰ ਔਖੀ ਘੜੀ ਬੱਚਿਆਂ 'ਤੇ ਪਾਈ ਹੈ, ਤੂੰ ਹੀ ਸੌਖੇ ਕੱਢੇਗਾ। ਠੀਕ ਹੈ, ਹੁਣ ਪੇਸ਼ੈਂਸ ਨਾਲ, ਹੋਰ ਸਾਡੇ ਕੋਲ ਕੋਈ ਚਾਰਾ ਵੀ ਨਹੀਂ, ਪੇਸ਼ੈਂਸ ਹੀ ਰੱਖ ਸਕਦੇ। ਇੱਕ ਪਰਮਾਤਮਾ ਅੱਗੇ ਦੁਆ ਹੈ, ਇੱਕ ਸਰਕਾਰ ਅੱਗੇ ਸਾਡੀ ਅਪੀਲ ਹੈ ਵੀ ਜਲਦ ਤੋਂ ਜਲਦ ਜਿਹੜਾ ਵੀ ਤਰੀਕਾ ਅਪਣਾ ਕੇ ਆਪਣੇ ਇੰਡੀਅਨਸ ਨੂੰ, ਸਾਰੇ ਬੱਚਿਆਂ ਨੂੰ, ਇਹ ਨਹੀਂ ਇਕੱਲਾ ਮੇਰਾ ਬੱਚਾ, ਸਾਰੇ ਭਾਰਤੀਆਂ ਦੇ ਬੱਚਿਆਂ ਨੂੰ ਸੇਫਲੀ ਘਰ ਲਿਆਇਆ ਜਾਵੇ। ਕਿੰਨੇ ਬੱਚੇ ਨੇ, ਕੁਛ ਇਹਦਾ ਡਾਟਾ ਹੈਗਾ? ਜੋ ਬੱਚੇ ਦੱਸ ਰਹੇ ਹੈ, ਕਹਿੰਦੇ ਮੰਮਾ ਖਾਰਕਿਵ 'ਚ ਟੋਟਲ ਅਲੱਗ-ਅਲੱਗ ਜਗ੍ਹਾ 'ਤੇ, ਬੇਸਮੈਂਟ 'ਤੇ, ਸੁਰੰਗਾਂ 'ਚ, ਹੋਸਟਲ 'ਚ, ਸ਼ੈਲਟਰ ਹੋਮ 'ਚ 4000 ਦੇ ਕਰੀਬ ਹਜੇ ਵੀ ਬੱਚਾ ਸਟਕ ਹੈ। ਹਾਂਜੀ, ਚਲੋ, ਸੋ ਇਹ ਹਾਲਾਤ ਨੇ ਯੂਕਰੇਨ ਦੇ। ਗਵਰਨਮੈਂਟ ਆਫ ਇੰਡੀਆ
ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਰੰਤਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਦਮ ਚੁੱਕੇ ਜਾ ਰਹੇ ਨੇ, ਪਰ ਉਹ ਕਿਤੇ ਨਾ ਕਿਤੇ ਸਾਰਥਕ ਹੁੰਦੇ ਹੋਏ ਦਿਖਾਈ ਨਹੀਂ ਦੇ ਰਹੇ, ਕਿਉਂਕਿ ਮਾਹੌਲ ਐਸਾ ਬਣ ਚੁੱਕਾ ਹੈ, ਹਾਲਾਤ ਅਜਿਹੇ ਨੇ ਕਿ ਉੱਥੇ ਜਿਹੜੇ ਐਰੋਪਲੇਨਸ ਨੇ, ਜਹਾਜ਼ ਨੇ, ਉਹ ਲੈਂਡ ਨਹੀਂ ਹੋ ਰਹੇ। ਜੇ ਹੋ ਰਹੇ ਨੇ ਤਾਂ ਦੂਸਰੀ ਕੰਟਰੀ ਦੇ ਵਿੱਚ ਹੋ ਰਹੇ ਨੇ, ਦੂਸਰੇ ਰਸਤਿਓਂ। ਪਰ ਜਿਹੜੇ ਬੱਚੇ ਨੇ ਉਹ ਕਈ 100 ਕਿਲੋਮੀਟਰ ਦੂਰ ਬੈਠੇ ਹੋਏ ਨੇ ਯੂਕਰੇਨ ਦੇ ਵਿੱਚ। ਸੋ ਉਹਨਾਂ ਦੇ ਆਉਣ ਜਾਣ ਦਾ ਸਾਰੀਆਂ तमाम ਗੱਲਾਂ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਬੱਚੇ ਫਸੇ ਹੋਏ ਨੇ ਔਰ ਮਾਪਿਆਂ ਦਾ ਬੁਰਾ ਹਾਲ ਹੈ। ਸਿਰਫ ਉਮੀਦ ਭਾਰਤ ਸਰਕਾਰ ਤੋਂ ਹੈ ਤੇ ਸਰਕਾਰ ਵੱਲੋਂ ਵੀ ਕਦਮ ਚੁੱਕੇ ਜਾ ਰਹੇ ਨੇ। ਹੁਣ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਇੱਥੇ ਲਿਆਇਆ ਜਾਏਗਾ, ਕਿਵੇਂ ਲਿਆਇਆ ਜਾਏਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਹਾਲ ਹੀ ਦੇ ਵਿੱਚ ਕਦਮ ਜਿਹੜਾ ਹੈ ਸਾਰਥਕ ਹੋ ਰਿਹਾ ਹੈ। ਲਾਸਟ ਨਾਈਟ ਇੱਕ ਪਲੇਨ ਵੀ ਆਇਆ ਤੇ ਉਸ ਤੋਂ ਬਾਅਦ ਹੁਣ ਜਲਦ ਹੀ ਨੀਨਾ ਜੀ ਹੁਣਾ, ਜਿਵੇਂ ਕਿ ਹਿਤੇਸ਼ ਦੇ ਮਦਰ ਹੁਣਾ ਦੱਸ ਰਹੇ ਨੇ ਕਿ ਉਹਨਾਂ ਨੂੰ ਵੀ ਉਮੀਦ ਹੈਗੀ ਹੈ ਕਿ ਜਲਦ ਹੀ ਬੱਚੇ ਇਹਨਾਂ ਕੋਲੋਂ ਪਹੁੰਚ ਜਾਣਗੇ। ਕੈਮਰਾਮੈਨ ਜੈਵਰਧਨ ਦੇ ਨਾਲ ਪ੍ਰਲਾਦ ਸੰਗੇਲੀਆ ਦਾ ਸਟੋਰੀ ਟੀਵੀ ਚੰਡੀਗੜ੍ਹ। ਕਾਂਗਰਸ ਤੇ ਨਾ ਗਵਰਨਮੈਂਟ ਦੇ ਅੱਗੇ ਜਾਣਗੇ, ਜੋ ਵੀ ਹੈ ਹਾਲਾਤ ਦਵਾ ਦਾ ਬੋਲਦੇ। ਹਾਂਜੀ ਬੋਲੋ ਬੇਟਾ। हाँ की हालात ने बेटा? ਫਿਲਹਾਲ ਉੱਤੇ ਆਪਣੀ ਜਿਹੜਾ ਸਾਡਾ ਮੈਟਰੋ ਸਟੇਸ਼ਨ ਹੈ, ਹਾਂਜੀ ਜਿੱਥੇ ਆਪਾਂ ਬੈਠੇ ਹੋਏ ਸੀ, ਤਿੰਨ ਨਾਮ ਹੈ। ਹਾਂਜੀ ਚੌਥਾ ਅਫਰੀਕਾ। ਹਾਂਜੀ ਰਸ਼ੀਅਨ ਸੋਲਜਰ ਆ ਚੁੱਕੇ ਨੇ ਤੇ ਫਾਈਟ ਹੋ ਰਹੀ ਹੈ। ਹਾਂਜੀ ਤੁਹਾਨੂੰ ਕੁਝ ਕਹਿ ਰਹੇ ਹੈ ਸੋਲਜਰ ਤੁਹਾਨੂੰ ਕੁਝ ਕਹਿ ਰਹੇ ਹੈ ਬੇਟਾ? ਨਹੀਂ, ਆਪਾਂ ਆਪਣੇ ਅੰਦਰ ਹੀ ਬੈਠੇ ਹੋ ਹੈ ਨਾ? ਇੱਥੇ ਬੈਠੇ ਹਾਂ। ਤੇ ਖਾਣ ਪੀਣ ਦਾ ਕੁਝ ਵੀ ਨਹੀਂ ਹੈ ਨਾ? ਸਮਾਨ ਤੁਹਾਡੇ ਕੋਲ ਖਾਣ ਪੀਣ ਦਾ ਕੋਈ ਸਮਾਨ ਹੈ ਇੱਥੇ? ਬਹੁਤ ਘੱਟ। ਹਾਏ ਰੱਬਾ। ਤੇ ਪਾਣੀ ਪੂਣੀ ਬੱਚੇ? ਪਾਣੀ ਪੂਣੀ ਵੀ ਅੰਦਰ ਹੈਗਾ, ਕੋਈ ਅਨਹਾਈਜੀਨਿਕ ਹੈ, ਬਸ ਪੀਣਾ ਵਗੈरह नहीं कर सकते। हाँ अच्छा अनहाइजीनिक है। ਤੇ ਕੋਈ ਉਧਰੋਂ ਯੂਕਰੇਨ ਜਾਂ ਜਿਹੜੇ ਆਪਣੇ ਇੰਡੀਅਨ ਹੈ ਕੋਈ ਹੈਲਪ ਕਰ ਰਹੇ ਤੁਹਾਡੀ, ਜਾਂ ਇੰਡੀਅਨ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਆਇਆ ਹੈ ਮੈਸੇਜ? ਇੰਡੀਅਨ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਵੈਸਟ ਸਾਈਡ ਜਿਹੜੀ ਹੈ ਆਪਣਾ ਜਿਵੇਂ ਆਪਾਂ ਵੈਸਟ ਰਸ਼ੀਆ ਚ, ਹਾਂਜੀ ਵੈਸਟ ਯੂਕਰੇਨ ਚ, ਹਾਂਜੀ ਉਹਨਾਂ ਨੂੰ ਮਤਲਬ ਆਪਾਂ ਈਸਟਰਨ ਪਾਰਟ ਤੇ ਈਸਟ ਨੂੰ ਸਭ ਤੋਂ ਐਂਡ ਤੋਂ ਇਵੈਕੂਏਟ ਕਰਨਗੇ, ਵੈਸਟ ਵਾਲਿਆਂ ਨੂੰ ਆਦੇ ਵੀ ਕਰ ਰਹੇ ਨੇ, ਕਿਉਂਕਿ ਵੈਸਟ ਵਾਲੇ ਚ ਤਾਂ ਵੈਸੇ ਹੀ ਇੰਨਾ ਖਤਰਾ ਨਹੀਂ ਹੈ। ਅੱਛਾ ਬੇਟੇ ਇਹ ਦੱਸੋ ਵੀ ਇਹ ਜਿਹੜੇ ਸਾਰਾ ਆਏ ਹੋਏ ਇਹਨਾਂ ਦਾ ਕੁਐਸਚਨ ਇਹ ਸੀ, ਇਹ ਕਿਸ ਤਰ੍ਹਾਂ ਵੀ ਇਹ ਕਰਦੇ ਨੇ ਤੈਂ ਕਿ ਵੀ ਪਹਿਲੇ ਵੈਸਟ ਵਾਲੇ ਲੈ ਕੇ ਜਾਣੇ ਜਾਂ ਈਸਟ ਵਾਲੇ? ਇਹ ਹਾਂ ਕਿਉਂਕਿ ਜਿਹੜਾ ਆਪਣਾ ਵੈਸਟ ਸਾਈਡ ਹੈ ਨਾ, ਹਾਂਜੀ ਉਹ ਉਸ ਪਾਸੇ ਤੋਂ ਰਸ਼ੀਆ ਦੀ ਫੋਰਸਸ ਨੇ ਨਹੀਂ ਘੇਰਿਆ ਪਿਆ। ਉੱਥੇ 4 ਸ਼ਹਿਰ ਹੈਗੇ। ਅੱਛਾ ਆਪਣੇ 4 ਕੰਟਰੀ, ਰੋਮੇਨੀਆ, ਹੰਗਰੀ, ਚੈਕ ਰਿਪਬਲਿਕ ਤੇ ਦੂਜੀ ਹਾਂ ਇੱਕ ਹੋਰ, ਤੇ ਉੱਥੋਂ ਉਹ ਇਵੈਕੂਏਟ ਕਰ ਸਕਦੇ ਨੇ ਵੈਸਟਰਨ ਵਾਲਿਆਂ ਨੂੰ ਆਰਾਮ ਨਾਲ। ਨਹੀਂ ਫਿਰ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚਣਗੇ ਜਿਸ ਤਰ੍ਹਾਂ ਤੁਸੀਂ ਸਾਰੇ ਬੱਚੇ ਖਾਰਕਿਵ ਚ ਫਸੇ ਹੋਏ ਹੋ? ਆਪਾਂ ਈਸਟਰਨ ਪਾਰਟ ਚ ਸਾਡੇ ਤੱਕ ਮਤਲਬ ਸਾਨੂੰ ਇੱਥੇ ਐਡਵਾਈਸ ਕਰਿਆ ਤੇ ਜਿਹੜੇ ਸਾਡੇ ਖੁਦ ਦੇ ਉਹ ਹੈ ਉਹਨਾਂ ਨੇ ਇਹ ਕਿਹਾ ਕਿ ਬੈਠੇ ਰਹੋ ਲਾਸਟ ਤੱਕ, ਕਿਉਂਕਿ ਆਪਣੇ ਐਂਡ 'ਚ ਆਏਗੀ ਵਾਰੀ। ਨਹੀਂ ਤਾਂ ਕਹ ਹੁਣ ਤਾਂ ਬਾਹਰ ਮਿਲਟਰੀ ਆ ਗਈ ਨਾ, ਅਸੀਂ ਬਾਹਰ ਜਾ ਸਕਦੇ ਨਾ, ਸਾਡੇ ਕੋਲ ਹੁਣ ਖਾਣ ਪੀਣ ਦਾ ਕਿੰਨੇ ਦਿਨ ਅਸੀਂ ਕਿਸ ਤਰ੍ਹਾਂ ਭੁੱਖੇ ਪਿਆਸੇ ਸਰਵਾਈਵ ਕਰਾਂਗੇ? ਇਹ ਕਹੋ ਨਾ ਬੇਟੇ, ਉਹਨਾਂ ਤੱਕ ਮੈਸੇਜ ਲਾਓ ਤੁਸੀਂ। ਖਾਣਾ ਕਿਵੇਂ ਬਣਾ ਰਹੇ, ਖਾਣਾ ਕਿਵੇਂ ਕਰ ਰਹੇ? ਮੈਂ ਕੱਟਣਾ ਹੀ ਪੈਣਾ ਜਿੱਦਾਂ ਮਰਜ਼ੀ। ਹਾਂ ਤੇ ਖਾਣਾ ਖੁਣਾ ਹੁਣ ਕਿਸ ਤਰ੍ਹਾਂ ਬਣਾਓਗੇ? ਪਹਿਲੇ ਤਾਂ ਤੁਸੀਂ 2 ਦਿਨ ਜਾ ਕੇ ਅਪਾਰਟਮੈਂਟ 'ਚ ਬਣਾ ਲੈਂਦੇ ਸੀ, ਹੁਣ ਇੱਥੇ ਕੀ ਪ੍ਰੋਸੈਸ ਹੈ ਜਾਂ ਕੋਈ ਕੁਝ ਵੀ ਨਹੀਂ ਹੈ ਤੁਹਾਡੇ ਕੋਲ? ਕੁਛ ਨਹੀਂ ਹੈ ਤੇ ਕੋਈ ਕੱਚਾ ਸਮਾਨ ਵੀ ਨਹੀਂ ਹੈ ਜਿਵੇਂ ਬਿਸਕੁਟ ਜਾਂ ਨਮਕੀਨ ਕੁਝ ਖਾ ਕੇ ਤੁਸੀਂ ਆਪਣਾ ਪੇਟ ਭਰ ਸਕੋ? ਖਾ ਰਹੇ ਹਾਂ, ਕੀ ਕਰੀਏ? ਥੋੜਾ ਬਹੁਤ ਹੈ, 1-2 ਦਿਨ ਹੀ ਚੱਲੇਗਾ ਇਹ? ਇੱਕ ਦਿਨ ਵੀ ਔਖਾ ਹੀ ਹੈ ਚੱਲਣਾ। ਓ ਮਾਈ ਗॉड। ਚਲੋ ਬੱਚੇ ਹੌਸਲਾ ਰੱਖੋ, ਘਬਰਾਓ ਨਾ, ਰੱਬ ਦਾ ਨਾਮ ਲਓ। ਅਸੀਂ ਵੀ ਇੱਥੋਂ ਗੁਹਾਰ ਲਾ ਰਹੇ ਹਾਂ ਵੀ PM ਸਾਹਿਬ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਤੇ ਘਬਰਾਓ ਨਾ, ਇਕੱਠੇ ਰਹੋ। ਠੀਕ ਹੈ ਬੇਟਾ? ਟੇਕ ਕੇਅਰ ਬੱਚੇ।